ਫੈਡਰਲ ਸਰਕਾਰ ਦੇ ਵੱਲੋਂ ਹਾਊਸ ਆਫ ਕਾਮਨਸ ਦੇ ਵਿੱਚ ਫਾਰਮਾ ਕੇਅਰ ਬਿੱਲ ਪੇਸ਼ ਕੀਤਾ ਗਿਆ, ਜਿਸ ਦੇ ਵਿੱਚ ਬਰਥ ਕੰਟਰੋਲ ਤੇ ਡਾਇਬੀਟੀਜ਼ ਦੀਆਂ ਦਵਾਈਆਂ ਕੈਨੇਡੀਅਨਸ ਨੂੰ ਮੁਫਤ ਦੇਣ ਦੀ ਗੱਲ ਆਖੀ ਗਈ ਅਤੇ ਕੈਨੇਡੀਅਨ ਡਰੱਗ ਏਜੰਸੀ ਦਾ ਗਠਨ ਕਰਨਾ ਵੀ ਸ਼ਾਮਿਲ ਹੈ, ਜਿਸ ਤਹਿਤ ਸਾਰੀਆਂ ਪ੍ਰੋਵਿੰਸਾਂ ਲਈ ਦਵਾਈਆਂ ਖਰੀਦਣ ਦਾ ਪ੍ਰਬੰਧ ਹੋਵੇਗਾ। ਇਸ ਸੰਬੰਧੀ ਉਹਨਾਂ ਆਖਿਆ ਕਿ ਸਾਰੀਆਂ ਲਾਈਫ ਸੇਵਿੰਗ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਸਰਕਾਰਾਂ ਨੂੰ ਮੁਫਤ ਕਰਨੀਆਂ ਚਾਹੀਦੀਆਂ ਨੇ। ਅੱਜ ਫੈਡਰਲ ਸਰਕਾਰ ਦੇ ਵੱਲੋਂ ਜਿਹੜਾ ਫਾਰਮਾ ਕੇਅਰ ਬਿੱਲ ਆ ਉਹਨੂੰ ਟੇਬਲ ਕੀਤਾ ਗਿਆ, ਤਾਂ ਇਹਦੇ ਬੈਨੀਫਿਟ ਕੀ ਹੋਣਗੇ, ਹੈ ਕੀ ਇਹ ਬਿੱਲ, ਜਾਣਨ ਦੇ ਲਈ ਅਸੀਂ ਪ੍ਰਾਈਮ ਕੇਅਰ ਫਾਰਮੇਸੀ ਪਹੁੰਚੇ ਹੋਏ ਹਾਂ। ਫਾਰਮਾਸਿਸਟ ਸਰਦਾਰ ਅਮਰੀਕ ਸਿੰਘ ਸਾਡੇ ਨਾਲ ਹੈ, ਉਹਨਾਂ ਤੋਂ ਸਮਝਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ। ਤੇ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਇਹ ਬਿੱਲ ਹੈ ਕੀ? ਇਹ ਬਿੱਲ ਜੀ ਐਕਚੁਅਲੀ NDP ਵੱਲੋਂ ਸ਼ਰਤ ਸੀ ਲਿਬਰਲ ਦੇ ਲਈ, ਕੋਲੀਸ਼ਨ ਲਈ, ਕਿ ਸਾਨੂੰ ਇਹ ਬਿੱਲ ਜਿਹੜਾ ਟੇਬਲ ਕਰਨਾ ਪੈਣਾ ਤੁਹਾਨੂੰ C-64। ਇਹ ਬਿੱਲ ਦੇ ਵਿੱਚ ਉਹਨਾਂ ਨੇ ਅਫੋਰਡੇਬਲ ਡਰੱਗਸ ਬਾਰੇ ਗੱਲ ਕੀਤੀ ਹੈ। ਉਹਦੇ ਵਿੱਚ ਡਾਇਬਟੀਜ਼ ਲਈ ਅਤੇ ਕੰਟਰਾਸੈਪਸ਼ਨ ਦੇ ਲਈ ਇਸ ਕਲਾਸ ਦੀਆਂ ਜਿਹੜੀਆਂ ਮੈਡੀਕੇਸ਼ਨ ਨੇ, ਇਹਨਾਂ ਨੂੰ ਉਹਨਾਂ ਨੇ ਐਜ਼ ਅ ਫਸਟ ਈਅਰ ਅਨਾਊਂਸ ਕੀਤਾ। ਬਟ ਜਸਟ ਟੂ ਮੈਂਸ਼ਨ ਕਿ ਇਹ ਜਿਹੜੀ ਕੰਟਰਾਸੈਪਸ਼ਨ ਹੈ, ਗੌਰਮੈਂਟ ਨੇ ਇੱਥੇ BC ਦੇ ਵਿੱਚ ਪਹਿਲਾਂ ਹੀ ਲਾਗੂ ਕੀਤੀ ਹੋਈ ਹੈ। ਇਹ ਦਵਾਈਆਂ ਪਹਿਲਾਂ ਹੀ ਜਿਹੜੇ ਵੀ ਪੇਸ਼ੈਂਟ ਐਲੀਜੀਬਲ ਨੇ ਉਹਨਾਂ ਦੇ ਲਈ ਫ੍ਰੀ ਨੇ। ਅਤੇ ਡਾਇਬਟੀਜ਼ ਦੀ ਜਿੱਥੇ ਤੱਕ ਗੱਲ ਆ, ਕੁਝ ਕੁ ਪੇਸ਼ੈਂਟ ਜਿਹੜੇ ਫਾਰਮਾ ਕੇਅਰ ਦੇ ਵਿੱਚ ਐਲੀਜੀਬਲ ਨੇ ਉਹਨਾਂ ਦੇ ਲਈ ਵੀ ਇਹ ਮੈਡੀਕੇਸ਼ਨਸ ਫ੍ਰੀ ਨੇ, ਬਿਕੋਜ਼ ਇੱਥੇ BC ਦੇ ਵਿੱਚ ਇਨਕਮ ਬੇਸਡ ਪਲਾਨ ਚੱਲਦਾ। ਸੋ ਗੌਰਮੈਂਟ ਕੀ ਕੋਸ਼ਿਸ਼ ਕਰ ਰਹੀ ਹੈ ਕਿ ਗੋਇੰਗ ਫਾਰਵਰਡ ਜਿਹੜੀਆਂ ਡਾਇਬਟੀਜ਼ ਦੀਆਂ ਮੈਡੀਕੇਸ਼ਨ ਨੇ ਉਹ ਫ੍ਰੀ ਹੋ ਜਾਣ। ਸੋ ਉਹਦੇ ਲਈ ਉਹ ਨੈਟਵਰਕ ਕ੍ਰੀਏਟ ਕਰਨਗੇ, ਫਰੇਮਵਰਕ ਕ੍ਰੀਏਟ ਕਰਨਗੇ ਕਿ ਉਹ ਪ੍ਰੋਵਿੰਸ ਨੂੰ ਪੇ ਕਰਨਗੇ, ਐਂਡ ਹੌਲੀ ਹੌਲੀ ਗੋਇੰਗ ਫਾਰਵਰਡ ਕਿ ਫਾਰਮੂਲਰੀ ਕ੍ਰੀਏਟ ਕਰਨਗੇ, ਜਿਹਦੇ ਵਿੱਚ ਸਾਰੀਆਂ ਪ੍ਰੋਵਿੰਸਿਸ ਦੇ ਵਿੱਚੋਂ ਕੀ ਸਟੇਕ ਹੋਲਡਰਸ ਤੋਂ ਐਡਵਾਈਸ ਲੈ ਕੇ ਵੀ ਕਿਹੜੀਆਂ ਮੈਡੀਕੇਸ਼ਨ ਕਵਰ ਹੋਣੀਆਂ ਚਾਹੀਦੀਆਂ, ਉਸ ਫਾਰਮੂਲਰੀ 'ਤੇ ਲਿਸਟ ਕਰਨਗੇ। ਉਹਦੀ ਪਰਚੇਜ਼ ਲਈ ਉਹਨਾਂ ਨੇ ਹੁਣ ਕੈਨੇਡੀਅਨ ਡਰੱਗ ਏਜੰਸੀ ਕ੍ਰੀਏਟ ਕੀਤੀ ਹੈ। ਉਹ ਕੈਨੇਡੀਅਨ ਡਰੱਗ ਏਜੰਸੀ ਜਿਹੜੀ ਆ ਗੋਇੰਗ ਫਾਰਵਰਡ ਮੈਡੀਕੇਸ਼ਨ ਸਾਰਿਆਂ ਦੇ ਲਈ ਪ੍ਰਕਿਓਰ ਕਰੂਗੀ, ਖਰੀਦੂਗੀ। ਪਹਿਲਾਂ ਜਿਹੜੀਆਂ ਪ੍ਰੋਵਿੰਸਿਸ ਨੇ ਉਹ ਆਪਣੇ ਪ੍ਰਾਈਸ ਜਿਹੜੇ ਆ ਉਹ ਆਪ ਨੈਗੋਸ਼ੀਏਟ ਕਰਦੀ ਸੀ ਵੈਂਡਰਸ ਦੇ ਨਾਲ, ਡਰੱਗ ਕੰਪਨੀਜ਼ ਨਾਲ। ਸੋ ਇਹ ਸਰਕਾਰ ਇਸ ਚੀਜ਼ ਦੇ ਉੱਤੇ ਇਹਨੂੰ ਆਪਣੇ ਅੰਡਰ ਲੈ ਕੇ ਆਉਣ ਵਾਲੇ 5 ਸਾਲਾਂ 'ਚ ਹੋਪਫੁਲੀ ਇਹ ਉਸ ਕਦਮ ਵੱਧ ਰਿਹਾ ਹੈ। ਇਹ ਸਾਰੀਆਂ ਪ੍ਰੋਵਿੰਸਾਂ 'ਚ ਦਵਾਈਆਂ ਦੇ ਰੇਟ ਅਲੱਗ-ਅਲੱਗ ਹੁੰਦੇ ਆ ਜੀ, ਤੇ ਇਹ ਹੋਰ ਪ੍ਰੋਵਿੰਸਾਂ 'ਚ ਵੀ ਹੈਗਾ ਕਿ ਦਵਾਈਆਂ ਇਸ ਢੰਗ ਦੇ ਨਾਲ ਫ੍ਰੀ ਹੈਗੀਆਂ? ਹਾਂਜੀ, ਹਰੇਕ ਪ੍ਰੋਵਿੰਸ ਆਪਣਾ ਜਿਹੜਾ ਪ੍ਰਾਈਸ ਆ ਨੈਗੋਸ਼ੀਏਟ ਕਰਦੀ ਹੈ। ਹੋਰ ਪ੍ਰੋਵਿੰਸਿਸ ਹਰੇਕ ਦਾ ਆਪਣਾ ਮਾਡਲ ਆ। ਜਿੱਦਾਂ BC ਦੇ ਵਿੱਚ ਜਿਹੜਾ ਫੇਅਰ ਫਾਰਮਾ ਕੇਅਰ ਆ ਉਹ ਇਨਕਮ ਬੇਸਡ ਮਾਡਲ ਆ। ਸੋਸ਼ਲ ਅਸਿਸਟੈਂਸ ਦੇ ਵਿੱਚ ਮੈਡੀਕੇਸ਼ਨ ਕੁਛ ਕਵਰ ਹੁੰਦੀਆਂ ਨੇ। ਇੱਦਾਂ ਹੀ ਅਲਬਰਟਾ ਦੇ ਵਿੱਚ ਉਹਨਾਂ ਦਾ ਆਪਣਾ ਬਲੂ ਕ੍ਰੋਸ ਆ, ਜਿਹਨਾਂ ਦੀ ਉਮਰ 65 ਸਾਲ ਤੋਂ ਉੱਤੇ ਹੋ ਜਾਂਦੀ, ਉਹਨਾਂ ਲਈ ਸਰਟਨ ਦਵਾਈਆਂ ਜਿਹੜੀਆਂ ਕਵਰ ਹੁੰਦੀਆਂ ਨੇ। ਸੋ ਬਟ ਅਲਬਰਟਾ ਨੇ, ਜੇ ਤੁਸੀਂ ਨਿਊਜ਼ ਦੇਖੀ ਹੈ, ਤਾਂ ਉਹਨਾਂ ਨੇ ਕਹਿਤਾ ਕਿ ਅਸੀਂ ਆਪਟ ਆਊਟ ਕਰਾਂਗੇ, ਬਿਕੋਜ਼ ਉਹ ਆਲਰੇਡੀ ਅਜਿਹਾ ਕੁਝ ਪ੍ਰੋਵਾਈਡ ਕਰ ਰਹੇ ਨੇ। ਸੋ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਫੰਡਿੰਗ ਦਿੱਤੀ ਜਾਵੇ, ਮੀਨਸ ਆਫ ਮਨੀ, ਰੈਦਰ ਦੈਨ ਉਹਨਾਂ ਨੂੰ ਇਸ ਫਰੇਮਵਰਕ ਵਿੱਚ ਇਨਕਲੂਡ ਕਰਨਾ ਨਾ। ਸੋ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ 'ਚ ਸਾਨੂੰ ਪਤਾ ਲੱਗੇ ਕਿ ਕਿਵੇਂ ਪ੍ਰੋਵਿੰਸਿਸ ਜਿਹੜੀਆਂ ਉਹ ਸੋਚ ਰਹੀਆਂ ਨੇ, BC ਕਿਵੇਂ ਇਹਨੂੰ ਦੇਖਦਾ ਹੈ, BC ਇਹਦੇ ਵਿੱਚ ਇਨਕਲੂਡ ਹੋਣਾ ਚਾਹੁੰਦਾ, ਜਾਂ BC ਗਵਰਨਮੈਂਟ ਚਾਹੁੰਦੀ ਹੈ ਕਿ ਉਹਨਾਂ ਨੂੰ ਵੀ, ਜਿੱਦਾਂ ਅਲਬਰਟਾ ਨੇ ਡਿਮਾਂਡ ਕੀਤੀ ਹੈ ਕਿ ਫੰਡਿੰਗ ਦੇ ਦਿਓ, ਅਸੀਂ ਆਪਣੇ ਆਪ ਹੀ ਦੇਖ ਲਵਾਂਗੇ। ਸੋ ਐਂਡ ਆਫ ਦਾ ਡੇ ਫੈਡਰਲ ਗਵਰਨਮੈਂਟ ਦਾ ਡਿਸੀਜਨ, we'll see how it pans out। ਤੇ ਡਾਇਬਟੀਜ਼ ਦੀ ਸਮੱਸਿਆ ਗੰਭੀਰ ਕਿੰਨੀ ਕੁ ਕੈਨੇਡਾ ਦੇ ਵਿੱਚ ਜੀ? ਮੈਜੋਰਟੀ ਆਫ ਪਾਪੂਲੇਸ਼ਨ, ਜਿੱਦਾਂ ਸਾਡੀ ਈਸਟ ਇੰਡੀਅਨ ਪਾਪੂਲੇਸ਼ਨ ਆ, ਉਹਨਾਂ ਦੇ ਵਿੱਚ ਇਹ ਕੰਪਲੀਕੇਸ਼ਨ ਬਹੁਤ ਜ਼ਿਆਦਾ ਹੈ। ਸੋ ਇਹ ਇੰਪਲੀਮੈਂਟ ਹੋਣ ਦੇ ਨਾਲ ਜਿੱਥੇ ਹੈਲਪ ਵੀ ਹੋਊਗੀ, ਬਟ ਇਹ ਉੱਥੇ ਹੀ ਇਹ ਜਿਹੜਾ ਮਨੀ ਉਹਨਾਂ ਨੇ ਰੀਕੂਪ ਵੀ ਟੈਕਸ ਵਿੱਚੋਂ ਹੀ ਕਰਨਾ। ਸੋ ਟੈਕਸ ਪੇਅਰ 'ਤੇ ਵੀ ਇਹ ਬਰਡਨ ਵਧੂਗਾ, ਬਿਕੋਜ਼ ਉਹ ਗਵਰਨਮੈਂਟ ਨੇ ਆਪਣੇ ਕੋਲੋਂ ਫੰਡ ਨਹੀਂ ਕਰਨਾ, ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਟੈਕਸ ਪੇਅਰ ਤੋਂ ਹੀ ਇਹ ਮਨੀ ਲੈਣਾ ਹੈ। ਤੇ ਤੁਸੀਂ ਫਾਰਮਾਸਿਸਟ ਹੋ, ਪੇਸ਼ੈਂਟਸ ਆਉਂਦੇ ਨੇ ਤਾਂ ਦਵਾਈ ਲੈਂਦੇ ਨੇ, ਤਾਂ ਤੁਹਾਡਾ ਨਜ਼ਰੀਆ ਕੀ ਹੈਗਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਡਾਇਬਟੀਜ਼ ਜਾਂ ਬਾਕੀ ਗੰਭੀਰ ਬਿਮਾਰੀਆਂ ਨੇ, ਕੀ ਇਹਦੀਆਂ ਦਵਾਈਆਂ ਫ੍ਰੀ ਹੋਣੀਆਂ ਚਾਹੀਦੀਆਂ ਨੇ, ਤੇ ਇਹ ਪੋਸੀਬਲ ਹੈ? ਹਾਂਜੀ, ਪੋਸੀਬਲ ਤਾਂ ਸਾਰਾ ਕੁਛ ਹੈਗਾ ਜੀ। ਜੇ ਤੁਸੀਂ ਯੂ ਕੈਨ ਸਪੈਂਡ ਬਿਲੀਅਨਸ ਔਨ ਵਾਰ, ਤੇ ਵੀ ਪੋਸੀਬਲ ਆ। ਬਟ ਕੋਈ ਅੜਚਨਾਂ ਨੇ, ਕਈ ਅੜਚਨਾਂ ਨੇ ਜਿਹੜੀਆਂ ਪੋਲੀਟੀਕਲ ਅੜਚਨਾਂ ਹੋ ਗਈਆਂ, ਪਲੱਸ ਜੇ ਤੁਸੀਂ ਅਦਰ ਸਾਈਡ ਆਫ ਸਟੋਰੀ ਦੇਖੋ, ਪੇਸ਼ੈਂਟਸ ਅਜਿਹੇ ਵੀ ਨੇ ਜਿਨ੍ਹਾਂ ਨੂੰ ਇਹ ਕਰੋਨਿਕ ਕੰਡੀਸ਼ਨ ਹੈਗੀ ਐਂਡ ਉਹ ਦਵਾਈ ਨਹੀਂ ਲੈਂਦੇ, ਕੋਜ਼ ਉਹਦੀ ਕੋਸਟ ਬਹੁਤ ਜ਼ਿਆਦਾ ਹੈ। ਸੋ ਮੇਰੇ ਓਪੀਨੀਅਨ ਦੇ ਵਿੱਚ ਤਾਂ ਜੀ ਐਵੇਂ ਕਿ ਜਿਹੜੀਆਂ ਲਾਈਫ ਸੇਵਿੰਗ ਮੈਡੀਕੇਸ਼ਨ ਆ ਉਹ ਐਟਲੀਸਟ ਕਵਰ ਹੋਣੀਆਂ ਚਾਹੀਦੀਆਂ ਨੇ। ਐਂਡ ਪ੍ਰੋਵਿੰਸ ਨੇ ਬਹੁਤ ਵਧੀਆ ਕੰਮ ਵੀ ਕੀਤਾ ਇਸ ਬਾਰੇ।
ਜਿਵੇਂ ਕੰਟਰਾਸੈਪਸ਼ਨ ਆ ਉਹ ਫੁੱਲੀ ਕਵਰਡ ਆ। ਜੇ ਤੁਸੀਂ ਡਰੱਗ ਐਡਿਕਸ਼ਨ ਦੀ ਗੱਲ ਕਰ ਲਓ, ਉਹ ਐਡਿਕਸ਼ਨ ਲਈ ਜਿਹੜੀਆਂ ਮੈਡੀਕੇਸ਼ਨ ਯੂਜ਼ ਹੁੰਦੀਆਂ ਉਹ ਵੀ ਫੁੱਲੀ ਕਵਰਡ ਨੇ ਵਿਦਆਊਟ ਐਨੀ ਇਨਕਮ ਐਲੀਜੀਬਿਲਿਟੀ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਸੋ ਬਾਕੀ ਜਿਹੜੀਆਂ ਮੈਡੀਸਿਨਸ ਦੀ ਗੱਲਬਾਤ ਹੈ ਫ੍ਰੀ ਹੋਣੀਆਂ ਚਾਹੀਦੀਆਂ ਨੇ, ਜਿਸ ਤਰ੍ਹਾਂ ਸਾਨੂੰ ਫਾਰਮਾਸਿਸਟ ਅਮਰੀਕ ਸਿੰਘ ਹੋਰਾਂ ਨੇ ਦੱਸਿਆ, ਪਰ ਇੱਕ ਸ਼ੁਰੂਆਤ ਜ਼ਰੂਰ ਹੋਈ ਹੈ। ਅੱਗੇ ਦੇਖਦੇ ਹਾਂ ਕਿ ਇਹ ਕਿੰਨੇ ਕੁ ਬੈਨੀਫਿਟ ਜਿਹੜੇ ਇਹਦੇ ਨਾਲ ਕੈਨੇਡੀਅਨਸ ਨੂੰ ਹੁੰਦੇ ਨੇ। ਕੈਮਰਾਮੈਨ ਅਮਿਤ ਪ੍ਰੇਸਰ ਦੇ ਨਾਲ ਅਰਸ਼ਦੀਪ ਸਿੰਘ, ਚੈਨਲ ਪੰਜਾਬੀ। ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਦੌਰਾਨ 2020 ਦੇ ਵਿੱਚ ਵੈਲਨੈਸ ਟੂਗੇਦਰ ਕੈਨੇਡਾ ਅਪ੍ਰੈਲ 2020 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ, ਪਰ 3 ਅਪ੍ਰੈਲ 2024 ਤੱਕ ਇਹ ਮੌਜੂਦ ਨਹੀਂ ਰਹੇਗਾ। ਇਸ ਪ੍ਰੋਗਰਾਮ ਦੇ ਖਤਮ ਹੋਣ ਦੀ ਚਿੰਤਾ ਸਭ ਨੂੰ ਸਤਾ ਰਹੀ ਹੈ, ਕਿਉਂਕਿ ਇਹ ਪ੍ਰੋਗਰਾਮ ਕਈ ਜਾਨਾਂ ਜਿਹੜੀਆਂ ਨੇ ਉਹ ਬਚਾ ਸਕਦਾ ਹੈ। ਕ੍ਰਾਈਸਿਸ ਕਾਲ ਟੇਕਰ ਕਹਿ ਰਹੇ ਨੇ ਕਿ ਬੇਸ਼ੱਕ ਕੋਵਿਡ ਹੁਣ ਸਿਰ ਤੇ ਨਹੀਂ ਮੰਡਰਾ ਰਿਹਾ, ਪਰ ਉਹਨਾਂ ਨੂੰ ਜੋ ਕਾਲਾਂ ਮਿਲ ਰਹੀਆਂ ਨੇ ਉਹ ਅਕਸਰ ਵਧੇਰੇ ਗੁੰਝਲਦਾਰ ਹੈ। ਉਹਨਾਂ ਦਾ ਕਹਿਣਾ ਹੈ ਕਿ ਕੁਝ ਗਾਹਕ ਜਿਹੜੇ ਨੇ ਉਹ ਰੈਫਰ ਉਡੀਕ ਕਰ ਰਹੇ ਨੇ, ਜਿਸ ਦੇ ਵਿੱਚ ਉਹ ਲੋਕ ਸ਼ਾਮਿਲ ਨੇ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਤੱਕ ਪਹੁੰਚ ਹੀ ਨਹੀਂ ਹੈ। ਪਿਛਲੇ ਹਫ਼ਤੇ BC ਦੇ ਡਾਕਟਰਾਂ ਨੇ ਅਜੇ ਵੀ 7 ਲੱਖ ਤੋਂ ਵੱਧ BC ਦੇ ਲੋਕ ਜਿਹੜੇ ਨੇ ਉਹ ਪ੍ਰਾਇਮਰੀ ਕੇਅਰ ਤੱਕ ਪਹੁੰਚ ਤੋਂ ਬਿਨਾਂ ਨੇ ਇਸ ਦੀ ਰਿਪੋਰਟ ਜਾਰੀ ਕੀਤੀ। ਇੱਕ ਵੈਨਕੂਵਰ ਆਧਾਰਿਤ ਫਰੰਟ ਲਾਈਨ ਮਾਨਸਿਕ ਸਿਹਤ ਕਰਮਚਾਰੀ ਅਲਾਰਮ ਵੱਜ ਰਿਹਾ ਹੈ, ਕਿਉਂਕਿ ਫੈਡਰਲ ਸਰਕਾਰ ਇੱਕ ਰਾਸ਼ਟਰੀ ਪ੍ਰੋਗਰਾਮ ਨੂੰ ਖਤਮ ਕਰਨ ਦੇ ਬਿਲਕੁਲ ਨਜ਼ਦੀਕ ਹੈ, ਜੋ ਸੰਭਾਵਤ ਤੌਰ ਤੇ ਜਾਨਾਂ ਬਚਾ ਸਕਦਾ ਹੈ। ਵੈਲਨੈਸ ਟੂਗੇਦਰ ਕੈਨੇਡਾ ਅਪ੍ਰੈਲ 2020 ਦੇ ਵਿੱਚ ਕੋਵਿਡ-19 ਮਹਾਮਾਰੀ ਦੇ ਸਿਖਰ ਤੇ ਸ਼ੁਰੂ ਕੀਤਾ ਗਿਆ ਸੀ, ਪਰ 3 ਅਪ੍ਰੈਲ 2024 ਤੱਕ ਇਹ ਮੌਜੂਦ ਨਹੀਂ ਰਹੇਗਾ। ਇਹ ਸਿਹਤ ਸੰਭਾਲ ਤੇ ਮਾਨਸਿਕ ਸਿਹਤ ਸਹਾਇਤਾ ਵਿੱਚ ਕੀਤੇ ਗਏ ਪਿਛਲੇ ਨਿਵੇਸ਼ਾਂ ਤੇ ਸੂਬਾਈ ਅਤੇ ਖੇਤਰੀ ਸਿਹਤ ਪ੍ਰਣਾਲੀ ਆਬਾਦੀ ਦੀ ਵਿਲੱਖਣ ਸਿਹਤ ਤੇ ਮਾਨਸਿਕ ਸਿਹਤ ਲੋੜਾਂ ਤੇ ਉਹਨਾਂ ਦੀ ਫਲੈਕਸੀਬਿਲਿਟੀ ਨੂੰ ਪੇਸ਼ ਕਰਨ ਵਾਲੇ ਦੁਵੱਲੇ ਸਮਝੌਤਿਆਂ ਵੱਲ ਇਸ਼ਾਰਾ ਕਰਦਾ ਹੈ। ਐਸ਼ਲੇ ਸੇਰਰ ਇੱਕ ਸੰਕਟ ਲਾਈਨ ਕਾਲ ਟੇਕਰ ਰਾਤ ਨੂੰ ਫੀਲਡ ਕਾਲਾਂ ਤੇ ਉਹਨਾਂ ਲੋਕਾਂ ਦੇ ਸੁਨੇਹਿਆਂ ਦਾ ਜਵਾਬ ਦੇਣ ਦਾ ਕੰਮ ਕਰਦਾ ਹੈ ਜੋ ਸੰਪਰਕ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਤੁਰੰਤ ਮਦਦ ਦੀ ਲੋੜ ਹੈ। ਉਹ ਅਕਸਰ ਵੈਲਨੈਸ ਟੂਗੇਦਰ ਕੈਨੇਡਾ ਦੇ ਮਾਹਰਾਂ ਤੇ ਸਲਾਹਕਾਰਾਂ ਦੁਆਰਾ ਲੋਕਾਂ ਨੂੰ ਪੈਚ ਕਰਦੀ ਹੈ, ਜਿਨ੍ਹਾਂ ਨੂੰ ਉਹ ਸਮਝਾਉਂਦੇ ਨੇ ਕਿ ਉਹ ਮਦਦ ਕਰਨ ਦੇ ਯੋਗ ਹੁੰਦੇ ਨੇ ਤੇ ਫਿਰ ਮੁਫਤ ਕਾਉਂਸਲਿੰਗ ਸੈਸ਼ਨਾਂ ਦਾ ਪਾਲਣਾ ਕਰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਮਹਾਮਾਰੀ ਦੀ ਸਿਖਰ ਜਿਹੜੀ ਹੈ ਉਹ ਲੰਘ ਗਈ ਹੈ, ਪਰ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਜੋ ਕਾਲਾਂ ਮਿਲ ਰਹੀਆਂ ਨੇ ਉਹ ਅਕਸਰ ਤੇ ਵਧੇਰੇ ਗੁੰਝਲਦਾਰ ਰਹੀਆਂ ਨੇ। ਉਹਨਾਂ ਕਿਹਾ ਕਿ ਇਸ ਵਿੱਚ ਜ਼ਿਆਦਾਤਰ ਉਹ ਲੋਕ ਹੁੰਦੇ ਨੇ ਜੋ ਚਿੰਤਾ ਵਿੱਚ ਨੇ, ਪੈਨਿਕ ਅਟੈਕ ਹੁੰਦੇ ਨੇ ਤੇ ਫਲਾਈਟ ਤੇ ਵਿੱਚ ਫਸ ਜਾਂਦੇ ਨੇ ਤੇ ਸੋ ਨਹੀਂ ਪਾਉਂਦੇ। ਪਿਛਲੇ 1.5 ਸਾਲਾਂ ਤੋਂ ਕਾਲਾਂ ਦੀ ਗਿਣਤੀ ਵਧੀ ਹੈ। ਉਹ ਚਿੰਤਤ ਨੇ ਕਿ ਲੋਕਾਂ ਤੱਕ ਪਹੁੰਚ ਪ੍ਰਾਪਤ ਕਰਨ ਦੇ ਨਾਲ ਇਹ ਲੋਕਾਂ ਨੂੰ ਪਹਿਲਾਂ ਹੀ ਤੰਗ ਕਮਰਿਆਂ ਵਿੱਚ ਭੇਜ ਸਕਦਾ ਹੈ ਜਾਂ ਸੈਲਫ ਹਾਰਮ ਤੇ ਖੁਦਕੁਸ਼ੀ ਵੱਲ ਵੀ ਲਿਜਾ ਸਕਦਾ ਹੈ। ਕੁਝ ਗਾਹਕ ਅਜਿਹੇ ਨੇ ਜੋ ਫੈਡਰਲ ਦੀ ਉਡੀਕ ਕਰ ਰਹੇ ਨੇ, ਜਿਸ ਦੇ ਵਿੱਚ ਉਹ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਤੱਕ ਪਹੁੰਚ ਨਹੀਂ ਹੈ। ਪਿਛਲੇ ਹਫ਼ਤੇ BC ਦੇ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਅਜੇ ਵੀ 7 ਲੱਖ ਤੋਂ ਵੱਧ BC ਦੇ ਜਿਹੜੇ ਲੋਕ ਨੇ ਉਹ ਪ੍ਰਾਇਮਰੀ ਕੇਅਰ ਤੱਕ ਪਹੁੰਚ ਤੋਂ ਬਿਨਾਂ ਹਨ। ਸਿਸਟਮ ਵਿੱਚ ਬਹੁਤ ਸਾਰੇ ਪਾੜੇ ਨੇ ਤੇ ਇਹ ਪ੍ਰੋਗਰਾਮ ਇੱਕ ਅਜਿਹੀ ਚੀਜ਼ ਸੀ ਜੋ ਕਿ ਮਦਦਗਾਰ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਜਦੋਂ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਹੈ 40 ਲੱਖ ਤੋਂ ਵੱਧ ਲੋਕ ਵੈਬਸਾਈਟ ਤੇ ਜਾ ਚੁੱਕੇ ਨੇ। ਇਹ ਹਰ ਮਹੀਨੇ ਸਾਈਟ ਤੇ ਔਸਤਨ 1,600,000 ਵਿਜ਼ਟਰਾਂ ਨੂੰ ਦਰਸਾਉਂਦੇ ਨੇ। ਪਾਕੇਟ ਵੈਲ ਨੂੰ ਲਗਭਗ 59,000 ਵਾਰ ਡਾਊਨਲੋਡ ਕੀਤਾ ਗਿਆ ਹੈ ਤੇ ਫੈਡਰਲ ਸਰਕਾਰ ਨੇ ਤੁਰੰਤ ਖੁਦਕੁਸ਼ੀ ਰੋਕਥਾਮ ਸਹਾਇਤਾ ਪ੍ਰਦਾਨ ਕਰਨ ਦੇ ਲਈ 988 ਸੁਸਾਈਡ ਕ੍ਰਾਈਸਿਸ ਹੈਲਪਲਾਈਨ ਸਥਾਪਿਤ ਕੀਤੀਆਂ ਨੇ। ਇੱਕ ਅਜਿਹੀ ਸਰਵਿਸ ਹੈ ਜੋ ਦੋਹਾਂ ਸਰਕਾਰੀ ਭਾਸ਼ਾਵਾਂ ਦੇ ਵਿੱਚ 24 ਘੰਟੇ ਉਪਲਬਧ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਕੈਨੇਡਾ ਸਰਕਾਰ ਨੇ ਮੈਕਸੀਕੋ ਸਿਟੀਜ਼ਨਸ ਦੇ ਲਈ ਵੀਜ਼ਾ ਲਾਜ਼ਮੀ ਕਰ ਦਿੱਤਾ ਹੈ। ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਤੋਂ ਕੈਨੇਡਾ ਦੇ ਵਿੱਚ ਸ਼ਰਨ ਮੰਗਣ ਵਾਲਿਆਂ ਦੇ ਲਈ ਮੈਕਸੀਕੋ ਸਿਟੀਜ਼ਨਸ ਜਿਹੜੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਭਾਰੀ ਵਾਧਾ ਨੋਟ ਕੀਤਾ ਗਿਆ, ਜਿਸ ਦੇ ਵਿੱਚ ਕੰਟਰੋਲ ਕਰਨ ਦੇ ਲਈ ਸਰਕਾਰ ਮੈਕਸੀਕੋ ਤੋਂ ਕੈਨੇਡਾ ਆਉਣ ਵਾਲੇ ਲੋਕਾਂ ਲਈ ਵੀਜ਼ਾ ਮੋਡ ਲਾਗੂ ਕਰ ਰਹੀ ਹੈ। ਇਹ ਵੀਰਵਾਰ ਰਾਤ 11:30 ਵਜੇ ਤੋਂ ਸ਼ੁਰੂ ਹੋ ਜਾਏਗਾ। ਕੈਨੇਡਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਇਮੀਗ੍ਰੇਸ਼ਨ ਨੰਬਰ ਪ੍ਰਮੁੱਖ ਖਬਰਾਂ ਦੇ ਵਿੱਚ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਜਿੱਥੇ ਸਿਆਸੀ ਤੌਰ ਤੇ ਬਿਆਨਬਾਜ਼ੀ ਜਾਰੀ ਹੈ, ਉੱਥੇ ਹੀ ਮੁਲਕ ਦੇ ਵਿੱਚ ਹਾਊਸਿੰਗ ਅਤੇ ਹੈਲਥ ਕੇਅਰ ਸੰਕਟ ਦੇ ਲਈ ਵੀ ਜ਼ਿਆਦਾ ਨੰਬਰ ਦੇ ਵਿੱਚ ਹੋਈ ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਅਸਾਈਲਮ ਕਲੇਮ ਕਰਨ ਵਾਲਿਆਂ ਦੇ ਵਧੇ ਨੰਬਰ ਕਾਰਨ ਕਈ ਮਿਊਨਿਸਪਲ ਸਰਕਾਰਾਂ ਵੱਲੋਂ ਫੈਡਰਲ ਸਰਕਾਰਾਂ ਤੋਂ ਫੰਡ ਮੰਗੇ ਜਾ ਰਹੇ ਨੇ। ਕਿਊਬੇਕ ਸਰਕਾਰ ਨੇ ਵੀ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਫੈਡਰਲ ਫੰਡਾਂ ਦੀ ਮੰਗ ਕੀਤੀ ਤੇ ਕਿਹਾ ਕਿ ਪੂਰੇ ਮੁਲਕ ਵਿੱਚ ਜਿੰਨੇ
ਲੋਕ ਅਸਾਈਲਮ ਅਪਲਾਈ ਕਰਦੇ ਨੇ ਉਸ ਵਿੱਚੋਂ ਅੱਧੇ ਕਿਊਬਿਕ ਦੇ ਵਿੱਚ ਨੇ ਤੇ ਇਸ ਚੋਂ 35% ਦੀ ਗਿਣਤੀ ਮੈਕਸੀਕੋ ਨਾਲ ਸੰਬੰਧਿਤ ਨਾਗਰਿਕਾਂ ਦੀ ਹੈ। ਵਿਰੋਧੀ ਧਿਰ ਦੇ ਲੀਡਰ ਪਿਅਰੇ ਪੋਲੀਵਰ ਨੇ ਵੀ ਮੰਗ ਕੀਤੀ ਸੀ ਕਿ ਮੈਕਸੀਕੋ ਦੇ ਨਾਗਰਿਕਾਂ ਲਈ ਵੀਜ਼ਾ ਸ਼ਰਤ ਲਾਗੂ ਕੀਤੀ ਜਾਵੇ ਤਾਂ ਜੋ ਅਸਾਈਲਮ ਨੰਬਰ ਘਟੇ ਤੇ ਫਰਾਡ ਨੂੰ ਰੋਕਿਆ ਜਾ ਸਕੇ ਤੇ ਜਿਨ੍ਹਾਂ ਲੋਕਾਂ ਨੂੰ ਸੱਚਮੁੱਚ ਸਿਆਸੀ ਸ਼ਰਨ ਚਾਹੀਦੀ ਹੈ ਉਹਨਾਂ ਨੂੰ ਇੰਤਜ਼ਾਰ ਨਾ ਕਰਨਾ ਪਵੇ। ਇਸ ਦੇ ਬਾਅਦ ਆਖਿਰਕਾਰ ਫੈਡਰਲ ਸਰਕਾਰ ਨੇ ਵੀਜ਼ਾ ਸ਼ਰਤ ਮੁੜ ਤੋਂ ਲਾਗੂ ਕਰਨ ਦਾ ਫੈਸਲਾ ਲਿਆ ਹੈ। ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਮੈਕਸੀਕੋ ਤੋਂ ਪਨਾਹ ਦੇ ਦਾਅਵਿਆਂ ਨੂੰ ਰੋਕਣ ਲਈ 2009 ਵਿੱਚ ਵੀਜ਼ਾ ਦੀ ਜ਼ਰੂਰਤ ਲਾਗੂ ਕੀਤੀ ਸੀ ਪਰ 2016 ਦੇ ਅਖੀਰ ਵਿੱਚ ਟਰੂਡੋ ਸਰਕਾਰ ਨੇ ਇਸ ਨੂੰ ਹਟਾ ਦਿੱਤਾ ਸੀ। ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ ਲਿਬਰਲ ਚੁਣੇ ਜਾਣ ਤੋਂ ਬਾਅਦ ਮੈਕਸੀਕੋ ਤੋਂ ਸ਼ਰਨ ਤੇ ਦਾਅਵਿਆਂ ਵਿੱਚ ਭਾਰੀ ਵਾਧਾ ਹੋਇਆ ਹੈ। 2015 ਦੇ ਵਿੱਚ ਇਹ ਗਿਣਤੀ ਮਹਿਜ਼ 110 ਸੀ ਜੋ 2023 ਵਿੱਚ ਲਗਭਗ 24,000 ਤੇ ਪਹੁੰਚ ਗਈ। ਇਸ ਫੈਸਲੇ ਤੋਂ ਬਾਅਦ ਮੈਕਸੀਕੋ ਦੇ ਰਾਸ਼ਟਰਪਤੀ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਜਿਨ੍ਹਾਂ ਕਿਹਾ ਕਿ ਕੈਨੇਡਾ ਵੱਲੋਂ ਇਹ ਇੱਕ ਪਾਸੜ ਫੈਸਲਾ ਲਿਆ ਗਿਆ ਹੈ ਜਦਕਿ ਮੈਕਸੀਕੋ ਸਰਕਾਰ ਲਗਾਤਾਰ ਕੰਮ ਕਰ ਰਹੀ ਸੀ ਕਿ ਸਿਆਸੀ ਸ਼ਰਨ ਮੰਗਣ ਵਾਲਿਆਂ ਦੇ ਨੰਬਰ ਨੂੰ ਘਟਾਇਆ ਜਾ ਸਕੇ। ਇਸ ਸਾਲ ਨਾਰਥ ਅਮਰੀਕਨ ਮੁਲਕਾਂ ਦੀ ਮੀਟਿੰਗ ਕੈਨੇਡਾ ਵਿੱਚ ਹੋਣੀ ਹੈ। ਮੈਕਸੀਕੋ ਨੇ ਉਸ ਦੇ ਵਿੱਚ ਸ਼ਾਮਿਲ ਨਾ ਹੋਣ ਦੀਆਂ ਸੰਭਾਵਨਾਵਾਂ ਵੀ ਜ਼ਾਹਿਰ ਕੀਤੀਆਂ ਤੇ ਅਮਰੀਕਾ ਤੇ ਕੈਨੇਡਾ ਵਿਰੁੱਧ ਸਖਤ ਸ਼ਬਦਾਂ ਵਿੱਚ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਵੀਜ਼ਾ ਨੀਤੀ ਤੇ ਲਾਗੂ ਕਰਨ ਨਾਲ ਲਗਭਗ 40% ਮੈਕਸੀਕੋ ਵਿਜ਼ਿਟਰ ਤੇ ਅਸਰ ਪਵੇਗਾ ਕਿਉਂਕਿ ਵਿਜ਼ਿਟਰ ਤੋਂ ਬਿਨਾਂ ਸਟੱਡੀ ਵਰਕ ਅਤੇ ਅਮਰੀਕਾ ਦੇ ਵੀਜ਼ਾ ਧਾਰਕਾਂ ਲਈ ਛੋਟ ਰਹਿ ਸਕਦੀ ਹੈ ਪਰ ਇਸ ਨਾਲ ਮੈਕਸੀਕੋ ਮੂਲ ਦੇ ਅਸਾਈਲਮ ਸੀਕਰਾਂ ਦਾ ਨੰਬਰ ਜ਼ਰੂਰ ਘਟੇਗਾ ਅਤੇ ਕੈਨੇਡਾ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੇ ਨੰਬਰ ਵਿੱਚ ਵੀ ਮਾਮੂਲੀ ਵਾਧਾ ਹੋਇਆ ਹੈ ਉਸ ਵਿੱਚ ਵੀ ਗਿਰਾਵਟ ਨਜ਼ਰ ਆਵੇਗੀ ਪਰ ਇਸ ਫੈਸਲੇ ਦਾ ਮੈਕਸੀਕੋ ਕੈਨੇਡਾ ਸਬੰਧਾਂ ਤੇ ਕੀ ਅਸਰ ਪਵੇਗਾ ਇਹ ਦੇਖਣ ਵਾਲੀ ਗੱਲ ਹੈ। ਮਹਿੰਗਾਈ ਕਰਕੇ ਲੋਕਾਂ ਦਾ ਜੀਣਾ ਮੁਹਾਲ ਹੋ ਰੱਖਿਆ ਹੈ ਜਿਸ ਕਰਕੇ ਇਸ ਦੇ ਇਲਾਵਾ ਫੂਡ ਬੈਂਕਾਂ ਤੱਕ 10 ਲੱਖ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਜੋ ਲੋਕ ਵੱਧ ਜਿਹੜੇ ਇਸ ਦੇ ਨਾਲ ਜੁੜਨਗੇ ਤਾਂ ਭੋਜਨ ਦੀ ਮਾਤਰਾ ਵੀ ਵਧਾਉਣੀ ਲਾਜ਼ਮੀ ਹੋ ਜਾਏਗੀ। ਇਸ ਲਈ ਇਸ ਮੰਗ ਨੂੰ ਪੂਰਾ ਕਰਨ ਦੇ ਲਈ ਪ੍ਰਤੀ ਫੂਡ ਬੈਂਕ ਵਾਧੂ ਡਾਲਰ ਯਾਨੀ 76,000 ਦੀ ਲੋੜ ਹੈ। ਫੂਡ ਬੈਂਕ ਨੂੰ ਹੋਰ ਵਲੰਟੀਅਰ ਸਮੇਤ ਵੱਖ-ਵੱਖ ਸਪਲਾਈਆਂ ਦੀ ਲੋੜ ਹੈ ਕਿਉਂਕਿ ਇਹ ਆਪਣੇ ਘੰਟਿਆਂ ਨੂੰ ਵਧਾਉਣਾ ਚਾਹੁੰਦੇ ਨੇ। ਫੂਡ ਬੈਂਕ ਜਿਨ੍ਹਾਂ ਲੋਕਾਂ ਦੀ ਸਭ ਤੋਂ ਵੱਧ ਸੇਵਾ ਵਾਲੇ ਪਰਿਵਾਰ ਨੇ ਟੋਰਾਂਟੋ ਦੇ ਵਿੱਚ ਇਹ ਮੰਗ 30% ਤੱਕ ਵਧਣ ਦੀ ਉਮੀਦ ਹੈ। ਇਟੋਬੀਕੋ ਦੇ ਵਿੱਚ ਫੂਡ ਬੈਂਕ ਹਜ਼ਾਰਾਂ ਲੋਕਾਂ ਨੂੰ ਸਰਵ ਕਰ ਰਿਹਾ ਹੈ ਤੇ 40 ਤੋਂ 60% ਅਜੇ ਵੀ ਫੂਡ ਬੈਂਕ ਦੀ ਲਿਸਟ ਦੇ ਵਿੱਚ ਸ਼ਾਮਿਲ ਨੇ। ਇੱਕ ਭੋਜਨ ਬਚਾਓ ਚੈਰਿਟੀ ਦੁਆਰਾ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਇਕੱਲੇ 10 ਲੱਖ ਤੋਂ ਵੱਧ ਲੋਕਾਂ ਦੇ ਫੂਡ ਬੈਂਕਾਂ ਤੱਕ ਪਹੁੰਚਣ ਦੀ ਉਮੀਦ ਹੈ। ਆਪਣੀ ਰਿਪੋਰਟ ਹੰਗਰੀ ਫॉर ਚੇਂਜ ਵਿੱਚ ਸੈਕਿੰਡ ਹਾਰਵੈਸਟ ਮੁਤਾਬਕ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਪ੍ਰਤੀ ਫੂਡ ਬੈਂਕ ਵਾਧੂ ਡਾਲਰ 76,000 ਦੀ ਲੋੜ ਹੈ। ਸਾਊਥ ਸਰੀ ਵਾਈਟ ਰੌਕ ਫੂਡ ਬੈਂਕ ਦੀ ਕਾਰਜਕਾਰੀ ਨਿਰਦੇਸ਼ਕ ਦਾ ਕਹਿਣਾ ਹੈ ਕਿ ਵੱਧਦੀ ਮੰਗ ਦੇ ਵਿਚਕਾਰ ਭੋਜਨ ਦੀ ਕਮੀ ਇੱਕ ਵੱਡੀ ਚੁਣੌਤੀ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਪਿਛਲੇ ਸਾਲ ਨਾਲੋਂ ਵਰਤੋਂ ਵਿੱਚ 32% ਦੀ ਵਾਧਾ ਦੇਖਿਆ ਹੈ ਤੇ ਅਸੀਂ ਹਰ ਰੋਜ਼ ਨਵੇਂ ਪਰਿਵਾਰਾਂ ਤੇ ਵਿਅਕਤੀਆਂ ਨੂੰ ਰਜਿਸਟਰਡ ਹੁੰਦੇ ਵੀ ਦੇਖਦੇ ਹਾਂ। ਉਹਨਾਂ ਕਿਹਾ ਕਿ ਅਸੀਂ ਭੋਜਨ ਦੀਆਂ ਵਧੀਆਂ ਕੀਮਤਾਂ ਦਾ ਸਾਹਮਣਾ ਕਰ ਰਹੇ ਹਾਂ ਜਿਵੇਂ ਕਿ ਹਰ ਕੋਈ ਤੇ ਸਾਡੀ ਖਰੀਦ ਸ਼ਕਤੀ ਜੋ ਅਸੀਂ ਆਪਣੇ ਡਾਲਰ ਲਈ ਪ੍ਰਾਪਤ ਕਰ ਸਕਦੇ ਹਾਂ ਭੋਜਨ ਦੀਆਂ ਵਧੀਆ ਕੀਮਤਾਂ ਨਾਲ ਹੇਠਾਂ ਜਾ ਰਹੀ ਹੈ। ਕੈਰੋਲ ਦਾ ਕਹਿਣਾ ਹੈ ਕਿ ਫੂਡ ਬੈਂਕ ਨੂੰ ਹੋਰ ਵਲੰਟੀਅਰ ਸਮੇਤ ਵੱਖ-ਵੱਖ ਕਿਸਮਾਂ ਦੀਆਂ ਸਪਲਾਈਆਂ ਦੀ ਲੋੜ ਹੈ ਕਿਉਂਕਿ ਇਹ ਆਪਣੇ ਘੰਟਿਆਂ ਨੂੰ ਵਧਾਉਣਾ ਚਾਹੁੰਦੇ ਨੇ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਫੂਡ ਬੈਂਕ ਸਟੋਰਾਂ ਤੇ ਜਾਣ ਲਈ ਆਪਣੇ ਨਕਦ ਦਾਨ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਕੈਰੋਲ ਦਾ ਕਹਿਣਾ ਹੈ ਕਿ ਇਸ ਘਾਟ ਦਾ ਸਬੰਧ ਉਹਨਾਂ ਲੋਕਾਂ ਨਾਲ ਹੈ ਜੋ ਆਪਣੇ ਬੈਲਟਾਂ ਦੀ ਆਰਥਿਕ ਤੰਗੀ ਦਾ ਅਨੁਭਵ ਕਰ ਰਹੇ ਨੇ ਤੇ ਫੂਡ ਬੈਂਕ ਘੱਟ ਸਰੋਤਾਂ ਨਾਲ ਵਧੇਰੇ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਕਿਹਾ ਕਿ ਸਾਡੇ ਕੋਲ ਭੋਜਨ ਦਾਨ ਦੀ ਕਮੀ ਹੈ ਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਸਮੇਂ ਦੇ ਨਾਲ ਕੁਝ ਨਗਦ ਦਾਨ ਅਸਲ ਵਿੱਚ ਘਟਣਾ ਸ਼ੁਰੂ ਹੋ ਜਾਵੇਗਾ। ਇਹ ਵੀ ਕਿਹਾ ਕਿ ਜਿਸ ਫੂਡ ਬੈਂਕ ਤੇ ਉਹ ਕੰਮ ਕਰਦੇ ਨੇ ਉਹ ਭੋਜਨ ਵਿੱਚ ਪਹੁੰਚਣ ਲਈ ਲੋਕਾਂ ਦੀ ਉਡੀਕ ਸੂਚੀ ਨਹੀਂ ਰੱਖਦੇ ਤੇ ਲੋੜ ਅਨੁਸਾਰ ਭੋਜਨ ਦਾਨ ਕਰਦੇ ਨੇ। ਹਾਲਾਂਕਿ ਵੱਧਦੀ ਗਿਣਤੀ ਦੇ ਕਾਰਨ ਇਸ ਨੂੰ ਆਪਣੇ ਭੋਜਨ ਦੇ ਕੋਲ ਦਾ ਰਾਸ਼ਨ ਦੇਣਾ ਸ਼ੁਰੂ ਕਰਨਾ ਪੈ ਸਕਦਾ ਹੈ ਯਾਨੀ ਕਿ ਆਪਣੇ ਕੋਲੋਂ ਜੇ ਨੰਬਰ ਵੱਧਦੇ ਨੇ ਤੇ ਸਪਲਾਈ ਘਟਦੀ ਹੈ ਤਾਂ ਸਾਨੂੰ ਇਹ ਦੇਖਣਾ ਪੈ ਸਕਦਾ ਹੈ ਕਿ ਅਸੀਂ ਪ੍ਰਤੀ ਵਿਅਕਤੀ ਜਾਂ ਪ੍ਰਤੀ ਪਰਿਵਾਰ ਕਿੰਨਾ ਕੁ ਇਸ ਦੇ ਯੋਗ ਹੁੰਦੇ ਹਾਂ। ਉਹਨਾਂ ਕਿਹਾ ਕਿ ਫੂਡ ਬੈਂਕ ਜਿਨ੍ਹਾਂ ਲੋਕਾਂ ਦੀ ਸਭ ਤੋਂ ਵੱਧ ਸੇਵਾ ਕਰ ਰਿਹਾ ਹੈ ਉਹ ਕੰਮ ਕਰਨ ਵਾਲੇ ਪਰਿਵਾਰ ਨੇ ਜਿਸ ਵਿੱਚ 29 ਤੋਂ 45 ਸਾਲ ਦੀ ਉਮਰ ਦੇ ਲੋਕ ਤੇ ਬੱਚੇ ਸ਼ਾਮਿਲ ਨੇ। ਕੈਰੋਲ ਨੇ ਕਿਹਾ ਕਿ ਬਜ਼ੁਰਗਾਂ ਦੀ ਵਰਤੋਂ 13% ਦੀ ਹੈ ਤੇ ਉਹ ਸੋਚਦੇ ਨੇ ਕਿ ਗਿਣਤੀ ਵੀ ਵਧੇਗੀ। ਉਹਨਾਂ ਨੇ ਕਿਹਾ ਕਿ ਆਬਾਦੀ ਬੁੱਢੀ ਹੋ ਚੁੱਕੀ ਹੈ, ਲੋਕ ਵੱਧ ਰਹੀਆਂ ਲਾਗਤਾਂ ਨਾਲ ਨਜਿੱਠ ਰਹੇ ਨੇ ਇਸ ਲਈ ਉਹਨਾਂ ਨੂੰ ਲੱਗਦਾ ਹੈ ਕਿ ਗਿਣਤੀ ਵੱਧਦੀ ਰਹੇਗੀ। ਉਹਨਾਂ ਅੱਗੇ ਕਿਹਾ ਕਿ ਭੁੱਖ ਨਾਲ ਲੜਨ ਵਿੱਚ ਮਦਦ ਕਰਨ ਲਈ ਲੋਕ ਕਈ ਤਰੀਕੇ ਚੁਣ ਸਕਦੇ ਨੇ। ਫੂਡ ਬੈਂਕ ਵਿੱਚ ਵਲੰਟੀਅਰ ਦੋਸਤਾਂ ਪਰਿਵਾਰਾਂ ਜਾਂ ਆਂਢ ਗੁਆਂਢ ਦੇ ਨਾਲ ਫੂਡ ਡਰਾਈਵ ਚਲਾਉਣ ਤੇ ਕੁਝ ਹੀ ਸਰੋਤਾ ਜਾਂ ਤੁਹਾਡੇ ਸਥਾਨਕ ਫੂਡ ਬੈਂਕ ਵਿੱਚ ਸਿੱਧੇ ਤੌਰ ਤੇ ਨਕਦ ਪਾਉਣਾ ਸ਼ਾਮਿਲ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅਰਾਈਵਕੈਨ ਐਪ ਇੱਕ ਵਾਰ ਮੁੜ ਚਰਚਾ ਵਿੱਚ ਹੈ ਕਿਉਂਕਿ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਸਾਹਮਣੇ ਲਿਆਂਦਾ ਗਿਆ ਹੈ ਕਿ ਅਰਾਈਵਕੈਨ ਐਪ ਬਣਾਉਣ ਦੇ ਲਈ $1 ਮਿਲੀਅਨ ਦਾ ਕੰਟਰੈਕਟ ਹਾਸਲ ਕਰਨ ਵਾਲੀ ਕੰਪਨੀ ਡੈਨੀਅਲ ਇੰਟਰਪ੍ਰਾਈਜ਼ਸ ਦਾ CEO ਡਿਪਾਰਟਮੈਂਟ ਆਫ ਡਿਫੈਂਸ ਦਾ ਮੁਲਾਜ਼ਮ ਹੈ।
ਜਿਸ ਦੀ ਕੰਪਨੀ ਨੂੰ ਐਪ ਦੇ ਕੰਟਰੈਕਟ ਦੇ ਲਈ $7.9 ਮਿਲੀਅਨ ਦਾ ਭੁਗਤਾਨ ਕੀਤਾ ਗਿਆ। ਇਸ ਦੇ ਬਾਅਦ ਵਿਰੋਧੀ ਧਿਰ ਦੇ ਲੀਡਰ ਪੀਅਰੇ ਪੋਲੀਵਰ ਨੇ ਮੰਗ ਕੀਤੀ ਕਿ ਜਿਹੜੇ D&D ਦੇ CEO ਡੇਵਿਡ ਯੇਓ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਪੂਰੇ ਮਾਮਲੇ ਦੀ ਪੁਲਿਸ ਜਾਂਚ ਵੀ ਹੋਣੀ ਚਾਹੀਦੀ ਹੈ। ਬੇਸ਼ੱਕ ਚਰਚਾ ਹੈ ਕਿ ਕੰਪਨੀ ਦੇ ਨਾਲ ਕੰਟਰੈਕਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਪਰ ਪੋਲੀਵਰ ਨੇ ਮੰਗ ਕੀਤੀ ਹੈ ਕਿ ਇਸ ਦੀ ਵਾਈਡਰ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬਿਨਾਂ ਕਿਸੇ ਜਾਂਚ ਦੇ ਇਸ ਕੰਪਨੀ ਨੂੰ ਕੰਮ ਕਰਨ ਦੀ ਆਗਿਆ ਕਿਸ ਤਰ੍ਹਾਂ ਦਿੱਤੀ ਗਈ ਹੈ। ਦੱਸ ਦਈਏ ਕਿ ਕੋਵਿਡ-19 ਮਹਾਮਾਰੀ ਸਮੇਂ ਬਣਾਈ ਗਈ ਇਸ ਐਪ ਤੇ ਮਿਲੀਅਨਸ ਡਾਲਰ ਖਰਚ ਕੀਤੇ ਗਏ ਨੇ ਤੇ ਆਡੀਟਰ ਜਨਰਲ ਦੀ ਰਿਪੋਰਟ ਦੇ ਵਿੱਚ ਵੀ ਇਸ ਦੇ ਖਰਚੇ ਸੰਬੰਧੀ ਸਪਸ਼ਟ ਜਿਹੜੀ ਹੈ ਉਹ ਨਾ ਮਿਲਣ ਤੋਂ ਬਾਅਦ ਵਿਰੋਧੀ ਧਿਰਾਂ ਇੱਕ ਵਾਰ ਮੁੜ ਸਵਾਲ ਚੁੱਕ ਰਹੀਆਂ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਦੀ ਜਾਂਚ ਦੀ ਗੱਲ ਚੁੱਕ ਚੁੱਕੇ ਨੇ, ਪਰ ਦੂਜੇ ਪਾਸੇ ਹਾਊਸ ਆਫ ਕਾਮਨਸ ਦੇ ਵਿੱਚ ਵੀ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਕਜੁੱਟ ਹੋ ਕੇ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਹ ਮੰਗ ਕੀਤੀ ਗਈ ਹੈ ਕਿ ਉਹ 100 ਦਿਨਾਂ ਦੇ ਅੰਦਰ ਉਹਨਾਂ ਅਰਾਈਵ ਕੈਨ ਕੰਟਰੈਕਟਸ ਤੇ ਜਿਹੜੇ ਸਬ ਕੰਟਰੈਕਟਰਸ ਤੋਂ ਫੰਡ ਵਾਪਸ ਲੈਣ ਜਿਨ੍ਹਾਂ ਨੇ ਕੋਈ ਕੰਮ ਹੀ ਨਹੀਂ ਕੀਤਾ। ਮੁੱਖ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਲੀਵਰ ਵੱਲੋਂ ਲਿਆਂਦਾ ਗਿਆ ਇਹ ਮਤਾ 149 ਦੇ ਮੁਕਾਬਲੇ 170 ਵੋਟਾਂ ਦੇ ਨਾਲ ਪਾਸ ਹੋਇਆ। ਸਿਰਫ ਲਿਬਰਲਾਂ ਦੇ ਵੱਲੋਂ ਇਸ ਮਤੇ ਦੇ ਖਿਲਾਫ ਵੋਟ ਪਾਈ ਗਈ। ਇਸ ਮਤੇ ਵਿੱਚ ਇਹ ਮੰਗ ਵੀ ਕੀਤੀ ਗਈ ਕਿ ਫੈਡਰਲ ਸਰਕਾਰ 18 ਮਾਰਚ ਤੱਕ ਅਰਾਈਵ ਕੈਨ ਦੇ ਨਾਲ ਸੰਬੰਧਿਤ ਸਿੱਧੀ ਜਾਂ ਇਸ ਨਾਲ ਜੁੜੀ ਹੋਈ ਕਿਸੇ ਵੀ ਤਰ੍ਹਾਂ ਦੀ ਲਾਗਤ ਵਾਲੀ ਰਿਪੋਰਟ ਪੇਸ਼ ਕਰੇ। ਅਸਲ ਵਿੱਚ ਵਿਰੋਧੀ ਪਾਰਟੀਆਂ ਇਹ ਦੇਖਣਾ ਚਾਹੁੰਦੀਆਂ ਨੇ ਕਿ ਇਸ ਐਪ ਦੇ ਉੱਤੇ ਕੰਮ ਕਰਨ ਵਾਲੇ ਪਬਲਿਕ ਸਰਵੈਂਟਸ ਨੂੰ ਕਿਸੇ ਕਿਸਮ ਦੇ ਬੋਨਸ ਤਾਂ ਨਹੀਂ ਦਿੱਤੇ ਗਏ, ਇਸ ਦੇ ਉੱਤੇ ਕੋਈ ਕਾਨੂੰਨੀ ਜਾਂ ਖੋਜ ਸੰਬੰਧੀ ਕੋਈ ਹੋਰ ਲਾਗਤ ਤਾਂ ਨਹੀਂ ਆਈ ਜਾਂ ਫਿਰ ਪਬਲਿਕ ਰਿਲੇਸ਼ਨ ਸੰਬੰਧੀ ਕੋਈ ਖਰਚੇ ਤਾਂ ਨਹੀਂ ਹੋਏ। ਬੇਸ਼ੱਕ ਇਹ ਮਤਾ ਨਾਨ ਬਾਈਡਿੰਗ ਹੈ, ਪਰ ਸਰਕਾਰ ਨੂੰ ਇਸ ਪਾਸੇ ਵੱਲ ਕਦਮ ਚੁੱਕਣੇ ਪੈਣਗੇ ਅਤੇ ਇਸ ਮਾਮਲੇ ਵਿੱਚ ਮੂਲ ਨਿਵਾਸੀ ਭਾਈਚਾਰੇ ਨੂੰ ਦਿੱਤੇ ਜਾਣ ਵਾਲੇ 5% ਕੰਟਰੈਕਟ ਪਾਲਿਸੀ ਤੇ ਵੀ ਸਵਾਲ ਖੜੇ ਹੋਏ ਨੇ, ਜਿਸ ਦੇ ਬਾਅਦ ਮੂਲ ਨਿਵਾਸੀ ਭਾਈਚਾਰੇ ਨਾਲ ਸੰਬੰਧਿਤ ਮਿਨਿਸਟਰ ਪੈਟੀ ਹਾਰਜਦੂ ਨੇ ਕਿਹਾ ਹੈ ਕਿ ਸਰਕਾਰ ਇਹ ਨਿਰਧਾਰਤ ਕਰ ਰਹੀ ਹੈ ਕਿ ਫਸਟ ਨੇਸ਼ਨਜ਼ ਮੇਟਿਸ ਅਤੇ ਇਨੂਇਟ ਲੋਕਾਂ ਲਈ ਰੱਖੇ ਫੈਡਰਲ ਕੰਟਰੈਕਟ ਦੇ ਲਈ ਬੋਲੀ ਲਗਾਉਣ ਸਮੇਂ ਕੌਣ ਮੂਲ ਨਿਵਾਸੀ ਹੋਣ ਦਾ ਦਾਅਵਾ ਪੇਸ਼ ਕਰ ਸਕਦਾ ਹੈ। ਉਹਨਾਂ ਕਿਹਾ ਕਿ ਗੁੰਝਲਦਾਰ ਤੇ ਚੁਣੌਤੀਪੂਰਨ ਹੈ, ਪਰ ਸਰਕਾਰ ਇਸ ਮਾਮਲੇ ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਆਫ ਕੈਨੇਡਾ ਦੀ ਰਿਪੋਰਟ ਮੁਤਾਬਕ 2022 ਦੇ ਪਿਛਲੇ ਸਾਲ ਦਰਮਿਆਨ ਅਪਰਾਧਕ ਸੰਗਠਨਾਂ ਦੀ ਗਿਣਤੀ ਦੇ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ, ਯਾਨੀ ਲਗਭਗ ਇਸ ਦੀ ਗਿਣਤੀ 1/3 ਵਧੀ ਹੈ। ਫੈਡਰਲ ਏਜੰਸੀ ਨੇ ਦੇਸ਼ ਭਰ ਦੀ ਪੁਲਿਸ ਤੋਂ ਜਾਣਕਾਰੀ ਇਕੱਠੀ ਕੀਤੀ ਜਿਸ ਮੁਤਾਬਕ 638 ਦੀ ਸੂਚੀ ਵਿੱਚ 205 ਨਵੇਂ ਸੰਗਠਿਤ ਅਪਰਾਧ ਸਮੂਹ ਸ਼ਾਮਿਲ ਕੀਤੇ ਗਏ ਨੇ। ਇਹਨਾਂ ਗਰੁੱਪਾਂ ਦੇ ਵਿੱਚੋਂ 8 ਨੈਸ਼ਨਲ ਹਾਈ ਲੈਵਲ ਖਤਰਾ ਵਜੋਂ ਜਾਣੇ ਜਾਂਦੇ ਨੇ, ਜਿਸ ਦੇ ਵਿੱਚ 4 ਸੈਂਟਰਲ ਕੈਨੇਡਾ ਤੇ 4 ਪੱਛਮ ਦੇ ਵਿੱਚ ਸ਼ਾਮਿਲ ਸਨ। ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਆਫ ਕੈਨੇਡਾ ਦੇ ਅਨੁਸਾਰ 2022 ਤੇ ਪਿਛਲੇ ਸਾਲ ਦਰਮਿਆਨ ਕੈਨੇਡਾ ਦੇ ਵਿੱਚ ਪਛਾਣੇ ਗਏ ਅਪਰਾਧਿਕ ਸੰਗਠਨਾਂ ਦੀ ਗਿਣਤੀ ਲਗਭਗ 1/3 ਵਧੀ ਹੈ। ਫੈਡਰਲ ਏਜੰਸੀ ਜੋ ਕਿ ਦੇਸ਼ ਭਰ ਦੀ ਪੁਲਿਸ ਤੋਂ ਜਾਣਕਾਰੀ ਇਕੱਠੀ ਕਰਨ ਲਈ ਜ਼ਿੰਮੇਵਾਰ ਹੈ ਨੇ ਕਿਹਾ ਕਿ ਉਸ ਦੇ ਵਿਸ਼ੇਸ਼ਕਾਂ ਦੁਆਰਾ ਮੁਲਾਂਕਣ ਤੇ ਦਰਜਾਬੰਦੀ ਤੋਂ ਬਾਅਦ 638 ਦੀ ਸੂਚੀ ਵਿੱਚ 205 ਨਵੇਂ ਸੰਗਠਿਤ ਅਪਰਾਧ ਸਮੂਹ ਸ਼ਾਮਿਲ ਕੀਤੇ ਗਏ ਨੇ। ਸਮੀਖਿਆ ਕੀਤੇ ਗਏ ਸਮੂਹਾਂ ਵਿੱਚੋਂ 8 ਨੂੰ ਰਾਸ਼ਟਰੀ ਉੱਚ ਪੱਧਰੀ ਖਤਰਿਆਂ ਵਜੋਂ ਮੁਲਾਂਕਣ ਕੀਤਾ ਗਿਆ ਸੀ, ਜਿਸ ਵਿੱਚ 4 ਮੱਧ ਕੈਨੇਡਾ ਵਿੱਚ ਤੇ 4 ਪੱਛਮ ਵਿੱਚ ਸ਼ਾਮਿਲ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022 ਵਿੱਚ 14 ਉੱਚ ਪੱਧਰੀ ਖਤਰਿਆਂ ਤੋਂ ਘੱਟ ਸੀ, ਪਰ ਪਿਛਲੇ ਸਾਲ ਚੋਟੀ ਦੇ ਸਮੂਹਾਂ ਦੀ ਕੌਮਾਂਤਰੀ ਪਹੁੰਚ 72 ਦੇਸ਼ਾਂ ਵਿੱਚ ਸੰਪਰਕਾਂ ਦੇ ਨਾਲ ਵਿਆਪਕ ਸੀ। ਖੂਫੀਆ ਏਜੰਸੀ ਨੇ ਕਿਹਾ ਹੈ ਕਿ ਇਹਨਾਂ ਸਾਰੇ ਦੇਸ਼ਾਂ ਵਿੱਚ ਉਹ ਦੇਸ਼ ਸ਼ਾਮਿਲ ਨੇ ਜਿਨ੍ਹਾਂ ਵਿੱਚ ਕੈਨੇਡੀਅਨ ਸੰਗਠਿਤ ਅਪਰਾਧ ਦੇ ਮੈਂਬਰਾਂ ਨੇ ਆਪਣੇ ਕੰਮਕਾਜ ਦਾ ਵਿਸਥਾਰ ਕੀਤਾ ਹੈ ਜਾਂ ਅਪਰਾਧਕ ਸੰਬੰਧ ਬਣਾਏ ਰੱਖੇ ਨੇ, ਜਿਸ ਵਿੱਚ ਯਾਤਰਾ ਵੀ ਸ਼ਾਮਿਲ ਹੈ ਜੋ ਉਹਨਾਂ ਦੇ ਅਪਰਾਧਕ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਮੰਨਿਆ ਜਾਂਦਾ ਹੈ। ਇਹ ਖੋਜ ਦਰਸਾਉਂਦੀ ਹੈ ਕਿ ਕੌਮਾਂਤਰੀ ਲਿੰਕਾਂ ਵਾਲੇ ਸਮੂਹ ਆਪਣੇ ਸੰਪਰਕਾਂ ਤੇ ਐਸੋਸੀਏਸ਼ਨਾਂ ਨੂੰ ਵਧਾਉਣਾ ਜਾਰੀ ਰੱਖ ਰਹੇ ਨੇ ਤੇ ਦੁਨੀਆ ਦੇ ਹਰ ਕੋਨੇ ਵਿੱਚ ਆਪਣੇ ਨੈਟਵਰਕ ਸਥਾਪਿਤ ਜਾਂ ਮਜ਼ਬੂਤ ਕਰ ਰਹੇ ਨੇ। ਏਜੰਸੀ ਨੇ ਖਾਸ ਅਪਰਾਧਕ ਸੰਗਠਨ ਦਾ ਨਾਮ ਨਹੀਂ ਲਿਆ, ਪਰ ਕੁਝ ਕੈਨੇਡਾ ਦੇ ਅੰਦਰ ਤੇ BC ਆਧਾਰਿਤ ਗੈਂਗਾਂ ਜਿਵੇਂ ਕਿ ਸੰਯੁਕਤ ਰਾਸ਼ਟਰ ਵੁਲਫ ਪੈਕ ਤੇ ਹੇਲਜ਼ ਐਂਜਲਸ ਦੀਆਂ ਗਤੀਵਿਧੀਆਂ ਨਾਲ ਮੇਲ ਖਾਂਦੇ ਨੇ। ਏਜੰਸੀ ਦੀ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸੰਗਠਿਤ ਅਪਰਾਧ ਸਮੂਹਾਂ ਵਿੱਚੋਂ 123 ਦਾ ਮੁਲਾਂਕਣ ਦਰਮਿਆਨੇ ਪੱਧਰ ਦੇ ਖਤਰੇ ਦੇ ਬਰਾਬਰ ਚੁਣਿਆ ਗਿਆ, ਜਦੋਂ ਕਿ 507 ਨੂੰ ਹੇਠਲੇ ਪੱਧਰ ਦੇ ਖਤਰਿਆਂ ਵਜੋਂ ਮੁਲਾਂਕਣ ਕੀਤਾ ਗਿਆ। ਵਿਸ਼ਲੇਸ਼ਣ ਕੀਤੇ ਗਏ ਸੈਂਕੜੇ ਸਮੂਹ 3500 ਤੋਂ ਵੱਧ ਅਪਰਾਧਕ ਸੰਗਠਨਾਂ ਵਿੱਚੋਂ ਕੁਝ ਨੇ ਜੋ ਕੈਨੇਡਾ ਵਿੱਚ ਕੰਮ ਕਰ ਰਹੇ ਨੇ। ਮੁਲਾਂਕਣ ਕੀਤੇ ਗਏ ਅਪਰਾਧਕ ਸੰਗਠਨਾਂ ਚੋਂ 84 ਜਾਂ ਹੋਰ ਸਮੂਹਾਂ ਦੇ ਨਾਲ ਸਹਿਯੋਗੀ ਅਪਰਾਧਕ ਸੰਗਠਨਾਂ ਨੂੰ ਕਾਇਮ ਰੱਖਦੇ ਨੇ। ਇਹਨਾਂ ਵਿੱਚੋਂ 24 ਦਾ ਅੰਤਰਰਾਸ਼ਟਰੀ ਦਾਇਰਾ ਹੈ ਜੋ 22 ਦਾ ਅੰਤਰ ਪ੍ਰਾਂਤਕ ਦਾਇਰਾ ਹੈ। 10% ਤੋਂ ਘੱਟ ਅਪਰਾਧਕ ਸੰਗਠਨਾਂ ਦੇ ਕੋਲ ਆਪਣੀਆਂ ਅਪਰਾਧਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਜਨਤਕ ਖੇਤਰ ਤੱਕ ਪਹੁੰਚ ਜਾਂ ਲਿੰਕ ਹਨ ਜਾਂ ਜਨਤਕ ਖੇਤਰ ਦੀਆਂ ਏਜੰਸੀਆਂ ਜਾਂ ਵਿਭਾਗਾਂ ਵਿੱਚ ਭ੍ਰਿਸ਼ਟ ਜਾਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕੈਨੇਡਾ ਦੀ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਦੇ ਕਾਰਜਕਾਰੀ ਨਿਰਦੇਸ਼ਕ ਨੇ ਰਿਪੋਰਟ ਦੀ ਸ਼ੁਰੂਆਤ ਵਿੱਚ ਕਿਹਾ ਕਿ ਗੰਭੀਰ ਤੇ ਸੰਗਠਿਤ ਅਪਰਾਧ ਕੈਨੇਡਾ ਦੀ ਸੁਰੱਖਿਆ ਲਈ ਪ੍ਰਮੁੱਖ ਖਤਰਿਆਂ ਵਿੱਚੋਂ ਇੱਕ ਹੈ। ਗੈਰ ਕਾਨੂੰਨੀ ਦਵਾਈਆਂ, ਕਾਰ ਓਵਰਡੋਜ਼ ਕਾਰਨ ਸਾਲਾਨਾ ਹਜ਼ਾਰਾਂ ਮੌਤਾਂ ਦੇ ਵਿੱਚ ਯੋਗਦਾਨ ਪਾਉਣ ਨਾਲ ਹੀ ਹਥਿਆਰ ਤੇ ਗੈਂਗ ਹਿੰਸਾ ਵਧੀ ਹੈ। ਰਿਪੋਰਟ ਵਿੱਚ BC ਦਾ ਹਵਾਲਾ ਦਿੰਦੇ ਹੋਏ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਗੈਂਗ ਹਿੰਸਾ ਦੇ ਵੇਰਵੇ ਸ਼ਾਮਿਲ ਨੇ। ਗੈਂਗ ਵਾਰ ਇੱਕ ਪ੍ਰਮੁੱਖ ਮੁੱਦੇ ਵਜੋਂ ਹਿੰਸਾ ਪ੍ਰਾਂਤ ਭਾਰਤ ਦੇ ਵਿੱਚ ਅਲਬਰਟਾ ਤੇ ਓਨਟਾਰੀਓ ਸਮੇਤ ਹੋਰ ਸੂਬਿਆਂ 'ਚ ਫੈਲ ਗਈ ਹੈ। ਇਸ ਟਕਰਾਅ ਦੇ ਵਿੱਚ ਸ਼ਾਮਿਲ ਸਮੂਹ ਜਨਤਕ ਸੁਰੱਖਿਆ ਦੀ ਅਣਦੇਖੀ ਦੇ ਨਾਲ ਅਕਸਰ ਹਿੰਸਾ ਦੀਆਂ ਸਪਸ਼ਟ ਕਾਰਵਾਈਆਂ ਵਿੱਚ ਸ਼ਾਮਿਲ ਹੁੰਦੇ ਨੇ। ਸੂਬੇ ਤੋਂ ਬਾਹਰਲੇ ਗੈਂਗ ਦੇ ਮੈਂਬਰ ਖਾਸ ਕਰਕੇ ਅਲਬਰਟਾ ਤੇ ਓਨਟਾਰੀਓ ਤੋਂ ਲੋਅਰ ਮੇਨਲੈਂਡ ਵਿੱਚ ਹਿੰਸਾ ਦੇ ਕਰਨ ਦੇ ਲਈ ਭਰਤੀ ਕੀਤੇ ਜਾਂਦੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।